जो भाई साहब ने टॉपिक चुनिया सीगा बई जिहड़ा हैगा बई इस आर्ट ऑफ लिसनिंग, ये मतलब एक टॉपिक सी ते मोस्ट ऑफ द टाइम जो गलबात हुई हैगी आ बई आर्ट ऑफ लिसनिंग असी किस तरह करना हैगा भी ਉਹਦੇ ਰੀਜ਼ਨਸ ਕੀ ਹੈ, ਕਿੱਥੇ ਕਿੱਥੇ ਅਸੀਂ ਮਿਸ ਕਰਦੇ ਹੈਗੇ। ਤੇ ਉਹਦੇ ਵਿੱਚ ਵੀਰ ਜੀ ਨੇ ਗੁਰਬਾਣੀ ਨਾਲ ਹੀ ਸਾਰਾ ਕੁਝ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਦੇ ਵਿੱਚੋਂ ਕਈ ਸ਼ਬਦ ਲੈ ਕੇ ਜਾਂ ਤੁਕਾਂ ਲੈ ਕੇ ਉਸ ਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹਦਾ ਮਤਲਬ ਆ ਵੀ ਜਦੋਂ ਵੀ ਅਸੀਂ ਕੋਈ ਸਵਾਲ ਪੁੱਛਦੇ ਹਾਂ ਨੈਚੁਰਲੀ ਅਸੀਂ ਗੁਰਬਾਣੀ ਨਾਲ ਰਿਲੇਟ ਕਰਦੇ ਹੈਗੇ ਹਾਂ। ਹਾਲਾਂਕਿ ਗੁਰਬਾਣੀ ਦਾ ਅਸਰ ਸਾਡੀ ਪਰਸਨਲ ਲਾਈਫ ਦੇ ਉੱਤੇ ਵੀ ਹੁੰਦਾ ਹੈ, ਕਈ ਐਗਜ਼ਾਮਪਲਸ ਪਰਸਨਲ ਲਾਈਫ ਦੇ ਵਿੱਚੋਂ ਆ ਜਾਂਦੀਆਂ, ਪਰ ਸਟਿਲ ਸਾਨੂੰ ਗੁਰਬਾਣੀ ਦੇ ਨਾਲ ਜਦੋਂ ਬੇਸ ਅਸੀਂ ਗੁਰਬਾਣੀ ਨੂੰ ਬਣਾਇਆ ਹੈ ਤਾਂ ਗੁਰਬਾਣੀ ਦੇ ਉੱਤੇ ਹੀ ਅਸੀਂ ਉਹਦੇ ਬੇਸ ਕੰਸੀਡਰ ਕਰਕੇ ਹੀ ਮਤਲਬ ਆਪਾਂ ਸਵਾਲ ਪੁੱਛਣੇ ਹੈਗੇ ਆ। ਅਤੇ ਸਭ ਤੋਂ ਪਹਿਲੀ ਜਿਹੜੀ ਗੱਲ ਆਪਨੇ ਕੀਤੀ ਹੈ ਵੀ ਗੁਰਬਾਣੀ ਨੂੰ ਬੇਸ ਬਣਾ ਕੇ ਵੀ ਅਸੀਂ ਉਹਨੂੰ ਅਸੀਂ ਆਰਟ ਆਫ ਲਿਸਨਿੰਗ ਐਂਡ ਆਰਟ ਆਫ ਸਪੀਕਿੰਗ ਨੂੰ ਡਿਵੈਲਪ ਕਰਨਾ ਹੈ। ਅਤੇ ਉਸ ਦੇ ਵਿੱਚ ਇੱਕ ਪਾਸੇ ਹੈ ਵੀ ਜਿਹੜਾ ਬੇਸ ਹੈ, ਜਿਹੜਾ ਸੋਰਸ ਹੈ ਜਿੱਥੋਂ ਕਿ ਅਸੀਂ ਇਨਫੋਰਮੇਸ਼ਨ ਲੈਣੀ ਹੈ। ਦੂਜਾ ਉਹਦੇ ਵਿੱਚ ਜਿਹੜਾ ਇੰਟਰਫੇਸ ਹੈ ਉਹ ਸਾਡਾ ਪ੍ਰੋਸੀਜਰ ਹੈ, ਆਰਟ ਅਸੀਂ ਕਿਸ ਤਰ੍ਹਾਂ ਡਿਵੈਲਪ ਕਰਨਾ ਹੈ। ਉਸ ਤੋਂ ਬਾਅਦ ਥਰਡ ਹੈ ਇੰਪਲੀਮੈਂਟ ਉਹਨੂੰ ਕਿਸ ਤਰ੍ਹਾਂ ਕਰਨਾ ਹੈ। ਅੱਛਾ, ਹੁਣ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰੀਏ, ਗੁਰਬਾਣੀ ਦੇ ਵਿੱਚ ਸ਼ਬਦ ਦੇ ਅਸੀਂ ਅਰਥ ਦੇਖੀਏ, ਕਈ ਵਾਰੀ ਜਿਹੜਾ ਸਾਡਾ ਵਿੱਚ ਇੰਟਰਫੇਸ ਆ ਜਾਂਦਾ ਜਿਹਦੇ ਅਸੀਂ ਥਰੂ ਮੈਸੇਜ ਲੈਂਦੇ ਹਾਂ, ਉਹ ਚਾਹੇ ਸਾਡਾ ਆਪਣਾ ਆਰਟ ਹੈ, ਚਾਹੇ ਆਰਟ ਅਕੰਪਨੀਡ ਵਿਦ ਜਿਹੜਾ ਬੰਦਾ ਵਿੱਚ ਬੈਠਾ ਹੈ, ਕੋਈ ਪ੍ਰੀਚਰ ਹੈ, ਕੋਈ ਗਿਆਨੀ ਹੈ, ਕੋਈ ਪ੍ਰਚਾਰਕ ਹੈ, ਕੋਈ ਵੀ ਹੈ, ਉਹ ਹੈ, ਅਤੇ ਉਹਦੇ ਥਰੂ ਅਸੀਂ ਉਹ ਮੈਸੇਜ ਲੈਂਦੇ ਹੈਗੇ ਹਾਂ। ਅਤੇ ਹੁਣ ਇੱਕ ਚੀਜ਼ ਮਤਲਬ ਗੁਰਬਾਣੀ ਦੇ ਐਕਚੁਅਲੀ ਮਤਲਬ ਕੀ ਆ, ਉਹਨੂੰ ਅਸੀਂ ਕਿਸ ਤਰ੍ਹਾਂ ਅੰਡਰਸਟੈਂਡ ਕਰਨਾ ਹੈ, ਫਿਰ ਉਸ ਨੂੰ ਆਰਟ ਨੂੰ ਕਿਸ ਤਰ੍ਹਾਂ ਡਿਵੈਲਪ ਕਰਨਾ ਹੈ। ਇੱਕ ਚੀਜ਼ ਦੀ ਮੈਂ ਆਪ ਤੋਂ ਮਾਫੀ ਮੰਗਾਂਗਾ ਕਿ ਆਪਨੇ ਜਪਜੀ ਸਾਹਿਬ ਦੇ ਵਿੱਚੋਂ 2 ਜਿਹੜੀਆਂ ਹੈਗੀਆਂ ਪੌੜੀਆਂ ਨੂੰ ਕੋਟ ਕੀਤਾ ਹੈ, ਅਤੇ ਆਪ ਦੇ ਜੋ ਉਹਦੀ ਅਰਥ ਹੈ ਅਤੇ ਪ੍ਰੋਫੈਸਰ ਸਾਹਿਬ ਸਿੰਘ ਦੇ ਜੋ ਅਰਥ ਹੈ ਉਹ ਕਾਫੀ ਉਹਨਾਂ ਵਿੱਚ ਡਿਫਰੈਂਸ ਹੈ। ਅਤੇ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਦਾ ਵੀ ਉਹ ਠੀਕ ਨੇ ਜਾਂ ਤੁਸੀਂ ਠੀਕ ਨੇ। ਪੁਆਇੰਟ ਇਹ ਹੈ ਜਿਹੜਾ ਹਰ ਕੋਈ ਪ੍ਰਚਾਰਕ ਹੈ ਆਪਣੀ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਕਈ ਵਾਰੀ ਉਹਨਾਂ ਦੇ ਅਰਥ ਲੈਂਦਾ ਹੈ, ਅਰਥ ਬਣਾਉਂਦਾ ਹੈ, ਅਤੇ ਜਿਹੜਾ ਰਿਸਿਪੀਐਂਟ ਹੈ ਜਿਹਨੇ ਰਿਸੀਵ ਕਰਨਾ ਹੈ ਉਹ ਇੱਕ ਕਨਫਿਊਜ਼ ਸਟੇਟ ਵਿੱਚ ਆ ਜਾਂਦਾ। ਉਹਨੂੰ ਹੁਣ ਇਹ ਨਹੀਂ ਪਤਾ ਬਈ ਸਹੀ ਕੀ ਹੈ, ਗਲਤ ਕੀ ਹੈ, ਮੈਂ ਉਹਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ। ਅਤੇ ਜੋ ਮੈਜੋਰਟੀ ਸਾਡੇ ਜਿਹੜੇ ਸੰਗਤ ਦੇ ਬੰਦੇ ਹੈਗੇ ਉਹਨਾਂ ਦਾ ਫਸਟ ਹੈਂਡ ਕੰਟੈਕਟ ਗੁਰਬਾਣੀ ਦੇ ਨਾਲ ਨਹੀਂ ਹੋ ਰਿਹਾ। ਕਈ ਪੜ੍ਹੇ ਲਿਖੇ ਬੰਦੇ ਵੀ ਆ, ਜੇ ਉਹਨਾਂ ਨੂੰ ਕਹੀਏ ਵੀ ਆਪ ਪੜ੍ਹੋ, ਆਪ ਨਹੀਂ ਪੜ੍ਹਦੇ। ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਸਾਡੇ ਕੋਲ ਰਿਸੋਰਸਿਸ ਨਹੀਂ ਸੀ, ਬੰਦੇ ਪੜ੍ਹੇ ਲਿਖੇ ਨਹੀਂ ਸੀ, ਕੁਆਲੀਫਾਈਡ ਨਹੀਂ ਸੀਗੇ, ਇਸ ਕਰਕੇ ਅਸੀਂ ਫਸਟ ਹੈਂਡ ਮੈਸੇਜ ਜਿਹੜਾ ਗੁਰੂ ਸਾਹਿਬ ਦਾ ਹੈਗਾ ਉਹ ਨਹੀਂ ਸੀ ਰਿਸੀਵ ਕਰਦੇ। ਹੁਣ ਜਦੋਂ ਕਿ ਸਾਡੇ ਕੋਲ ਐਬਿਲਿਟੀ ਵੀ ਹੈ, ਰਿਸੋਰਸਿਸ ਵੀ ਹੈ, ਸਭ ਕੁਛ ਹੈ, ਉਹਨੂੰ ਅਸੀਂ ਰਿਸੀਵ ਕਰ ਸਕਦੇ ਹੈਗੇ ਹਾਂ, ਉਹਨੂੰ ਅੰਡਰਸਟੈਂਡਿੰਗ ਲੋੜ। ਪਰ ਜਿਹੜਾ ਵਿੱਚ ਇੰਟਰਫੇਸ ਬੈਠਾ ਹੈ ਉਹ ਸਾਨੂੰ ਉਹ ਚੀਜ਼ ਦਾ ਸਲਿਊਸ਼ਨ ਨਹੀਂ ਲੱਭਣ ਦੇ ਰਿਹਾ, ਕਨਫਿਊਜ਼ਡ ਬੰਦੇ ਨੂੰ ਹੋਰ ਕਨਫਿਊਜ਼ ਤੇ ਕਨਫਿਊਜ਼ ਕਰੀ ਗਿਆ। ਅਤੇ ਜੇ ਅਸੀਂ ਉਹ ਸੁਣ ਕੇ ਇੱਕ ਕਨਫਿਊਜ਼ ਮੈਸੇਜ ਨੂੰ ਲੈ ਕੇ ਆਪਣਾ ਹੁਣ ਬਿਹੇਵੀਅਰ ਡਿਵੈਲਪ ਕਰਨਾ ਹੈ, ਬਹੁਤ ਹਾਰਡ ਹੋ ਜਾਂਦਾ। ਅਤੇ ਉਹਦੇ ਬਾਰੇ ਮਤਲਬ ਤੁਹਾਡਾ ਕੀ ਵਿਚਾਰ ਹੈ? ਤੁਹਾਡਾ ਕੀ ਨਾਮ ਹੈ? ਮੇਰਾ ਦਵਿੰਦਰ ਸਿੰਘ ਹੈ ਜੀ। ਮਾਨਯੋਗ ਦਵਿੰਦਰ ਸਿੰਘ ਜੀ, ਮੈਂ ਸੁਣਿਆ, ਹੋ ਸਕਦਾ ਤੁਸੀਂ ਵੀ ਸੁਣਿਆ ਹੋਵੇ, ਗੁਰੂ ਅਮਰਦਾਸ ਪਾਤਸ਼ਾਹ ਜਾ ਰਹੇ ਸੀ ਔਰ ਇੱਕ ਘਰ ਦੇ ਅੰਦਰੋਂ ਆਵਾਜ਼ ਆਈ ਹੈ, ਕੌਣ ਜਾ ਰਿਹਾ? ਅੰਦਰੋਂ ਆਵਾਜ਼ ਆਈ, ਅੰਬਰੂ ਨੀ ਥਾਵਾਂ। ਸੁਣਿਆ ਇਤਿਹਾਸ? ਉਹਨਾਂ ਨੇ ਕਿਹਾ ਕਮਲੀ, ਉਹ ਕਮਲੀ ਹੋ ਗਈ। ਇਹ ਸੁਣਿਆ? ਤੁਹਾਡੇ ਚੋਂ ਕਿਸੇ ਨੇ ਸੁਣਿਆ ਇਤਿਹਾਸ? ਪਹਿਲੀ ਗੱਲ ਸੋਚੋ ਕਿ ਕੀ ਗੁਰੂ ਅਮਰਦਾਸ ਪਾਤਸ਼ਾਹ ਕੋਲ ਅਨਲਿਮਿਟਿਡ ਬੇਅਰਿੰਗ ਪਾਵਰ ਸੀ ਨਾ? ਕਿਸੇ ਨੇ ਅਮਰੂ ਨਿਥਾਵਾਂ ਕਹਿ ਦਿੱਤਾ, ਇਸ ਗੱਲ ਨੂੰ ਮਾਈਂਡ ਕਰਨ ਦੀ ਲੋੜ ਹੀ ਨਹੀਂ ਸੀ। ਗੁਰੂ ਸਾਹਿਬ ਨੇ ਮਾਈਂਡ ਨਹੀਂ ਕੀਤਾ ਐਜ਼ ਪਰ ਗੁਰਬਾਣੀ, ਕਿਉਂਕਿ ਉਹਨਾਂ ਕੋਲ ਸਬਰ ਹੁੰਦਾ ਹੈ, ਸੰਤੋਖ ਹੁੰਦਾ ਹੈ, ਟੋਲਰੈਂਸ ਲੈਵਲ ਹੁੰਦਾ ਹੈ, ਪੇਸ਼ੈਂਸ ਹੁੰਦੀ ਹੈ। ਪਰ ਕਿਸੇ ਦੇ ਕਹਿਣ 'ਤੇ ਕਿਸੇ ਨੂੰ ਕਮਲੀ ਕਹੋ ਤਾਂ ਉਹ ਕਮਲੀ ਹੋ ਜਾਂਦਾ ਹੈ। ਇਹ ਗੁਰਬਾਣੀ ਮੰਨਦੀ ਨਹੀਂ ਹੈ। ਇਹਦਾ ਮਤਲਬ ਇਤਿਹਾਸ ਵਿੱਚ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਗੁਰਬਾਣੀ ਦੇ ਨਾਲ ਚੈੱਕ ਕਰਾਂਗੇ। ਇੱਕ ਮੇਰਾ ਸਵਾਲ ਤਾਂ ਇਹੀ ਸੀ ਦਵਿੰਦਰ ਸਿੰਘ, ਜਿਹੜੀਆਂ ਐਸੀ ਚੀਜ਼ਾਂ ਉਹਨੂੰ ਅਸੀਂ ਫਿਕਸ ਕਿਸ ਤਰ੍ਹਾਂ ਕਰਾਂਗੇ? ਦਵਿੰਦਰ ਸਿੰਘ ਜੀ, ਮੈਨੂੰ ਤੁਹਾਡਾ ਕੁਐਸਚਨ ਸਮਝ ਆ ਚੁੱਕਾ ਹੈ। ਯੂ ਡੋਂਟ ਹੈਵ ਟੂ ਜਸਟੀਫਾਈ ਯੋਰ ਕੁਐਸਚਨ ਅਗੇਨ ਐਂਡ ਅਗੇਨ। ਆਈ ਐਮ ਟਰਾਈਂਗ ਟੂ ਆਨਸਰ
trying. But again, I got your question very well. ਹੁਣ ਜਦੋਂ ਅਸੀਂ ਗੁਰਬਾਣੀ ਚੋਂ ਸਿੱਖਾਂਗੇ ਅੰਨੇ ਕਿਸ ਨੂੰ ਕਹਿੰਦੇ ਨੇ? ਕੋਈ ਵਿਚੋਲਾ, ਕੋਈ ਪ੍ਰਚਾਰਕ ਕੋਈ ਵੀ ਕਹਾਣੀ ਲਗਾ ਕੇ ਦੱਸੇਗਾ ਅੰਨਾ ਉਹਨੂੰ ਕਹਿੰਦੇ ਨੇ ਜਿਹਦੀਆਂ ਅੱਖਾਂ ਨਹੀਂ ਨੇ। ਪਰ ਡੈਫੀਨੇਸ਼ਨ ਗੁਰਬਾਣੀ ਚੋਂ ਲੈਣੀ ਪਏਗੀ। ਅੰਨੇ ਸੇਨਾ ਆਖੀਨ ਜਿਨ ਮੁਖ ਲੋਇਣ ਨਾਇਨ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਨੇ। ਅੰਨੇ ਸੇ ਹੀ ਨਾਨਕਾ ਖਸਮੋਂ ਕੁੱਥੇ ਜਾਏ, ਜੋ ਸੱਚ ਤੋਂ ਪਰੇ ਚਲਾ ਜਾਂਦਾ ਹੈ। those who are wandering away from the truth, they are real ਅੰਨੇ। ਇਹ ਡੈਫੀਨੇਸ਼ਨ ਗੁਰਬਾਣੀ ਦੀ ਮੰਨ ਲਈ ਹੈ? ਦਵਿੰਦਰ ਸਿੰਘ ਜੀ, ਕਾਈਂਡਲੀ ਸੇ ਯੈਸ ਔਰ ਨੋ। ਦੇਖੋ, ਇਹਦਾ ਆਨਸਰ ਮੈਂ ਯੈਸ ਐਂਡ ਨੋ ਚ ਨਹੀਂ ਦੇ ਸਕਦਾ। ਨਹੀਂ, ਮੈਂ ਪੁੱਛ ਇਹਦੇ ਰਿਹਾ ਨਾਲ ਮੇਰਾ ਹੋਰ ਵੀ ਕਈ ਚੀਜ਼ਾਂ ਰਿਲੇਟਡ ਹੈ, ਇਸ ਕਰਕੇ ਮੈਂ ਯੈਸ ਐਂਡ ਨੋ ਨਹੀਂ ਕਹਾਂ। ਚਲੋ ਇਹ ਤੁਸੀਂ ਯੈਸ ਉਹਨੂੰ ਕਹਿਣਾ, ਮੈਂ ਯੈਸ ਮੰਨ ਲੈਣਾ। ਨਹੀਂ, ਦੇਖੋ ਮੈਂ ਜ਼ਬਰਦਸਤੀ ਤਾਂ ਇੰਪੋਜ਼ ਨਹੀਂ ਕਰ ਸਕਦਾ। ਮੈਂ ਹੰਬਲੀ ਤੁਹਾਨੂੰ ਪੁੱਛ ਸਕਦਾ, ਦੁਨੀਆ ਕਹਿੰਦੀ ਹੈ ਉਹ ਅੰਨਾ ਹੈ ਜਿਹਦੀਆਂ ਇਹ ਅੱਖਾਂ ਨਹੀਂ ਨੇ। ਅੱਖਾਂ ਮੀਨਸ ਜੋ ਇਹਨਾਂ ਅੱਖਾਂ ਤੋਂ ਦੇਖ ਨਹੀਂ ਸਕਦਾ। ਬਾਇਓਲੋਜੀਕਲੀ, ਮੈਡੀਕਲੀ, ਆਪਥਮੋਲੋਜਿਸਟ ਵਾਂਗੂ, ਆਈ ਸਪੈਸ਼ਲਿਸਟ ਦੇ ਕਹੇ ਮੁਤਾਬਕ ਜੋ ਇਹਨਾਂ ਅੱਖਾਂ ਤੋਂ ਨਹੀਂ ਦੇਖ ਸਕਦਾ ਉਹਨੂੰ ਅੰਨਾ ਕਹਿੰਦੇ ਨੇ। ਸਹੀ ਹੈ ਸੁਣੋ, ਇਹ ਤੇ ਕਹਿ ਸਕਦੇ ਹੋ ਨਾ, ਉਹਨੂੰ ਅੰਨਾ ਕਹਿੰਦੇ ਨੇ। ਹੁਣ ਗੁਰੂ ਸਾਹਿਬ ਕਹਿੰਦੇ ਨੇ ਉਹ ਅੰਨਾ ਨਹੀਂ ਹੈ। ਅੰਨੇ ਸੇ ਨਾ ਆਖੀਆਂ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਨੇ। ਜਿਨ ਮੁਖ ਲੋਇਣ ਨਾਏ, ਜਿਨ੍ਹਾਂ ਨੂੰ ਜਿਨ੍ਹਾਂ ਕੋਲ ਇਹ ਅੱਖਾਂ ਨਾਲ ਦੇਖਣ ਦੀ ਤਾਕਤ ਨਹੀਂ ਹੈ, ਉਹਨਾਂ ਨੂੰ ਅੰਨਾ ਨਹੀਂ ਕਹਿੰਦੇ ਨੇ। ਅੱਛਾ ਗੁਰੂ ਪਾਤਸ਼ਾਹ, ਫਿਰ ਤੁਸੀਂ ਆਪਣੀ ਬਾਣੀ ਨਾਲ ਦੱਸ ਦਿਓ। ਕਹਿੰਦੇ ਨੇ ਅੰਨੇ ਸੇ ਹੀ ਨਾਨਕਾ ਖਸਮੋਂ ਕੁੱਥੇ ਜਾਏ, ਜੋ ਸੱਚ ਤੋਂ ਪਰੇ ਜਾਂਦੇ ਨੇ। ਇਹਦੇ ਵਿੱਚ ਕੋਈ ਬਹੁਤ ਘੁਮਾਇਆ ਫਿਰਾਇਆ ਤਾਂ ਨਹੀਂ ਹੈ ਨਾ? ਸਹੀ ਹੈ ਸੁਣੋ, ਇਹ ਮੇਰੀ ਇੰਟਰਪ੍ਰੀਟੇਸ਼ਨ ਹੈ। ਸਹੀ ਹੈ ਸੁਣੋ, ਮੇਰੀ ਇੰਟਰਪ੍ਰੀਟੇਸ਼ਨ ਹੈ। ਮੈਂ ਸੁਣ ਰਿਹਾ, ਇਸ ਕਰਕੇ ਤੁਹਾਡੀ ਮੈਨੂੰ ਲੱਗਦੀ ਹੈ। ਅੱਛਾ, ਜੇ ਅਸੀਂ ਗੁਰਬਾਣੀ ਦੀ ਗਹਿਰਾਈ ਵਿੱਚ ਜਾਈਏ ਔਰ ਜਦੋਂ ਅਸੀਂ ਪੜ੍ਹੀਏ ਮਾਇਆ ਧਾਰੀ ਤੰਨਾ ਬੋਲਾ, ਤਾਂ ਸਾਨੂੰ ਇਹ ਵਾਲੀ ਟੈਕਨੀਕ ਕੰਮ ਆਏਗੀ ਨਾ ਕਿ ਅੰਨਾ ਗੁਰਬਾਣੀ ਕਿਹਨੂੰ ਕਹਿੰਦੀ ਹੈ। ਹਰ ਰਿਚ ਮੈਨ ਨੂੰ ਜਿਹਦੇ ਕੋਲ ਢੇਰ ਸਾਰਾ ਪੈਸਾ, ਉਹ ਅੰਨਾ ਬੋਲਾ ਤਾਂ ਨਹੀਂ ਹੈ। ਉਹ ਇਹਨਾਂ ਦਾ ਇਹਨਾਂ ਅੱਖਾਂ ਨਾਲ ਦੇਖਦਾ ਹੈ, ਇਹਨਾਂ ਕੰਨਾਂ ਨਾਲ ਸੁਣਦਾ ਹੈ। ਫਿਰ ਅਸੀਂ ਕਾਮਨ ਸੈਂਸ ਲਗਾਵਾਂਗੇ ਨਾ ਕਿ ਮਾਇਆ ਧਾਰੀ ਤੰਨਾ ਬੋਲਾ ਕਿਹਨੂੰ ਕਹਿੰਦੇ ਨੇ। ਕੋਈ ਕਾਮਨ ਸੈਂਸ ਵੀ ਚੀਜ਼ ਹੈ ਕਿ ਨਹੀਂ? ਜੋ ਇਨਸਾਨ ਸਿੰਸੀਅਰ ਹੈ ਉਹ ਕਾਮਨ ਸੈਂਸ ਲਗਾ ਕੇ ਜਦੋਂ ਬਾਣੀ ਦੇ ਅਰਥ ਸਮਝਣ ਦਾ ਯਤਨ ਕਰੇਗਾ, ਉਹ ਕਾਮਨ ਸੈਂਸ ਵਾਲੇ ਭਾਵ ਅਰਥ ਹੋਣਗੇ। ਭਾਵ ਅਰਥ ਹੋਣਗੇ ਪ੍ਰੈਕਟੀਕਲ ਲਿਵਿੰਗ ਵਾਲੇ, ਨਾਟ ਲਿਟਰਲ ਰਿਟਨ ਮੀਨਿੰਗਸ, ਹੈ ਨਾ। ਕਈ ਸੱਜਣ ਇਹ ਕਹਿੰਦੇ ਨੇ ਬਾਣੀ 'ਚ ਜੋ ਲਿਖਿਆ ਜੀ ਅਸੀਂ ਉਹੀ ਮੰਨਣਾ ਹੈ, ਭਾਵ ਅਰਥ ਨਹੀਂ ਮੰਨਣੇ, ਹੈ ਨਾ। ਜਦੋਂ ਬਾਣੀ 'ਚ ਆਏਗਾ ਉੱਠ ਫਰੀਦਾ ਉੱਜੂ ਸਾਜ, ਅਸੀਂ ਹੁਣ ਉੱਜੂ ਸਾਜਿਆ ਕਰੀਏ। ਸੁਬਹ ਨਮਾਜ਼ ਗੁਜ਼ਾਰ, ਕਿ ਅਸੀਂ ਨਮਾਜ਼ ਪੜ੍ਹਿਆ ਕਰੀਏ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਾ ਪੁਤਾਰ, ਅਸੀਂ ਲੋਕਾਂ ਦੀਆਂ ਗਰਦਨਾਂ ਲਾਣੀਆਂ ਸ਼ੁਰੂ ਕਰ ਦਈਏ। ਜਾਂ ਅਸੀਂ ਕਾਮਨ ਸੈਂਸ ਨਾਲ ਪੜ੍ਹਨਾ ਸ਼ੁਰੂ ਕਰਾਂਗੇ ਔਰ ਸਮਝਾਂਗੇ ਸੁਬਹ ਕਿਹਨੂੰ ਕਹਿੰਦੇ ਨੇ, ਨਮਾਜ਼ ਗੁਜ਼ਾਰ ਕਿਹਨੂੰ ਕਹਿੰਦੇ ਨੇ, ਸਿਰ ਕੱਪ ਉਤਾਰਨਾ ਕਿਹਨੂੰ ਕਹਿੰਦੇ ਨੇ। ਗੁਰਬਾਣੀ 'ਚੋਂ ਸਿੱਖਾਂਗੇ ਨਾ, ਜਾਂ ਬਾਹਰੋਂ ਵੀ ਸਿੱਖ ਸਕਦੇ ਹੋ ਵੀਰ ਜੀ। ਕਿਉਂਕਿ ਜਿਹੜੇ ਮਾਫ ਕਰਨਾ, ਜਿਹੜਾ ਮਤਲਬ ਕਿ ਨਾਲ ਦੀ ਨਾਲ ਜੇ ਡਿਸਕਸ਼ਨ ਫਿਰ ਚੱਲਦੀ, ਕਿਉਂਕਿ ਦੂਰ ਚੱਲ ਜਾਂਦਾ ਹੈਗਾ। ਪੁਆਇੰਟ ਮੇਰਾ ਇਹੀ ਸੀਗਾ ਜਿਹੜਾ ਤੁਸੀਂ ਮਤਲਬ ਹੁਣ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਗੁਰਬਾਣੀ ਅਕਸਰ ਮੈਂ ਲੋਕਾਂ ਬਹੁਤ ਵਾਰੀ ਸੁਣਿਆ, ਜੇ ਗੁਰਬਾਣੀ ਨੂੰ ਬਾਰ-ਬਾਰ ਪੜ੍ਹੋ ਤੁਹਾਨੂੰ ਅਰਥ ਸਮਝ ਆ ਜਾਂਦੇ ਹੈਗੇ ਆ। ਮੇਰਾ ਆਪਣਾ ਐਕਸਪੀਰੀਅੰਸ ਆ ਵੀ ਨਹੀਂ ਸਮਝ ਆਉਂਦੇ। ਜੇ ਕਈ ਐਸੀਆਂ ਜਗ੍ਹਾ ਕਿਸੇ ਸਿੰਪਲ ਹੈ ਉਹ ਸਮਝ ਆ ਜਾਂਦੇ ਹੈਗੇ ਆ, ਕਿਤੇ ਕੰਪਲੀਕੇਟਡ ਹੈ ਨਹੀਂ। ਕਈ ਜਿੰਨਾ ਵੋਕੈਬੂਲਰੀ ਹੈ, ਜਿਹੜਾ ਡਿਕਸ਼ਨਰੀ ਹੈ, ਜਿਹਨੂੰ ਫੋਲੋ ਨਹੀਂ ਕਰਾਂਗੇ, ਜੇ ਕਿਤੇ ਲਫ਼ਜ਼ ਦਾ ਸਾਨੂੰ ਮੀਨਿੰਗ ਹੀ ਨਹੀਂ ਪਤਾ, ਉਹ ਸਾਨੂੰ ਸਮਝ ਕਿੱਥੋਂ ਆਊਗਾ। ਦਵਿੰਦਰ ਸਿੰਘ ਜੀ, ਇਸੇ ਕਰਕੇ ਕਈ ਜਗ੍ਹਾ ਜਿਹੜੇ ਐਬਸਟਰੈਕਟ ਮੀਨਿੰਗ ਦਿੱਤੇ ਗਏ ਹੈਗੇ ਆ, ਉਹ ਸਾਨੂੰ ਉਹਨਾਂ ਚਿਰ ਸਮਝ ਨਹੀਂ ਆਉਣੇ ਜਿੰਨਾ ਚਿਰ ਉਹਦੇ ਸਰਾਊਂਡਿੰਗ ਜਿਹੜੇ ਹੋਰ ਸ਼ਬਦ, ਰਿਲੇਟਡ ਸ਼ਬਦ ਅਸੀਂ ਨਹੀਂ ਪੜ੍ਹਾਂਗੇ।
ਇੱਕ ਲਾਈਨ ਨੂੰ ਲਿਟਰਲੀ ਦੇਖ ਕੇ ਅਸੀਂ ਉਹਦੇ ਐਬਸਟਰੈਕਟ ਮੀਨਿੰਗ ਨਹੀਂ ਕਦੇ ਵੀ ਸਮਝ ਸਕਦੇ। ਇਹ ਮਤਲਬ ਮੇਰਾ ਆਪਣਾ ਐਕਸਪੀਰੀਅੰਸ ਹੈ ਜਾਂ ਮੇਰੀ ਲਿਮਿਟੇਸ਼ਨ ਹੈ, ਪਰ ਇੰਨੀ ਜ਼ਰੂਰ ਆ ਵੀ ਮੇਰੇ ਵਰਗੇ ਹੋਰ ਵੀ ਕਾਫੀ ਸੱਜਣ ਹੈਗੇ ਆ ਜਿਨ੍ਹਾਂ ਨੂੰ ਕਿ ਐਕਸਪੀਰੀਅੰਸ ਹੋ ਰਿਹਾ, ਜਿਹਦਾ ਕੋਈ ਡਿਫਿਕਲਟੀ ਹੈ। ਮਾਨਯੋਗ ਦਵਿੰਦਰ ਵੀਰ ਜੀ, ਜਦੋਂ ਇੱਕ 80 ਸਾਲ ਦਾ ਇਨਸਾਨ ਗਲਤ ਕੰਮ ਕਰੇ, ਉਹਦੀ ਮਾਂ ਨੂੰ ਫੜ ਕੇ ਬਾਂਝ ਕਰ ਸਕਦੇ ਹੋ? 80 ਸਾਲ ਵਾਲੇ ਦੀ ਮਾਂ ਕਿੰਨੇ ਸਾਲਾਂ ਦੀ ਹੋਏਗੀ? ਵੱਡੀ ਹੋਏਗੀ। ਇਹ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਐਗਜ਼ਾਮਪਲ ਹੈ। ਤੁਸੀਂ ਕਹਿਣਾ ਬਾਹਰੋਂ ਸਿੱਖਣਾ ਹੈ। 80 ਸਾਲ ਵਾਲਾ ਇੱਕ ਬੰਦਾ ਗਲਤ ਕੰਮ ਕਰੇ, ਸੱਚ ਤੇ ਨਾ ਟੁਰੇ, ਰੱਬ ਨੂੰ ਵਿਸਾਰ ਦੇਵੇ, ਉਹਦੀ ਮਾਂ ਨੂੰ ਪਕੜ ਕੇ ਬਾਂਝ ਕਰ ਸਕਦੇ ਹੋ? ਉਹਦੀ ਮਾਂ ਕਰੀਬਨ 100 ਸਾਲ ਦੀ ਹੋਏਗੀ, ਇਫ ਸ਼ੀ ਇਜ਼ ਅਲਾਈਵ। ਠੀਕ ਹੈ। ਬਾਂਝ ਕਦੋਂ ਹੁੰਦੀ ਹੈ? ਜਦੋਂ ਬੱਚਾ ਨਹੀਂ ਪੈਦਾ ਕਰ ਸਕਦੀ। ਕਦੋਂ? ਜਦੋਂ ਏਜ ਖਤਮ ਹੋ ਗਈ। ਕਦੋਂ? ਵੈਰੀ ਗੁੱਡ। ਉਹ ਐਵਰੇਜ ਉਮਰ 40-45। ਠੀਕ ਹੈ ਨਾ? ਇਹ ਹੁਣ ਤੁਸੀਂ ਅਰਥ ਕਰ ਰਹੇ ਹੋ। ਦਿਸ ਇਜ਼ ਯੋਰ ਨੌਲੇਜ ਸਪੀਕਿੰਗ ਨਾਓ, ਨਾਟ ਮੀ। ਇਹ ਐਗਜ਼ਾਮਪਲ ਠੀਕ ਹੈ? ਨਹੀਂ, ਤੁਸੀਂ ਸਿੱਧੇ ਕਹਿਣਾ ਹੀ ਨਹੀਂ ਕਿ ਠੀਕ ਹੈ। ਨਹੀਂ, ਦੇਖੋ ਮੈਨੂੰ ਇਹ ਨਹੀਂ ਇੱਕ ਪਤਾ ਆ ਗਿਆ ਵੀ ਤੁਸੀਂ ਮੈਨੂੰ ਗੁਰਬਾਣੀ ਨਹੀਂ, ਵੱਲ ਮੇਰੀ ਲਿਜਾ ਰਹੇ ਆ please, ਜਾਂ ਮੈਨੂੰ ਗੁਰਬਾਣੀ ਤੋਂ ਵਰਡ ਵੱਲ ਲਿਜਾ ਰਹੇ ਹੈਗੇ ਆ। Please, ਮੈਂ ਤੁਹਾਨੂੰ ਉਹੀ ਪਹਿਲਾਂ ਦੱਸਿਆ ਸੀ ਵੀ ਤੁਸੀਂ ਕਿਹਾ ਵੀ ਗੁਰਬਾਣੀ ਚੋਂ ਸਿੱਖਾਂਗੇ। ਮੈਂ ਕਿਹਾ ਕੁਝ ਚੀਜ਼ਾਂ ਇਨਸਾਨ ਗੁਰਬਾਣੀ ਤੋਂ ਬਾਹਰੋਂ ਵੀ ਸਿੱਖਦਾ, ਕਿਉਂਕਿ ਅਸੀਂ 24 ਘੰਟੇ ਗੁਰਬਾਣੀ ਨਹੀਂ ਪੜ੍ਹਦੇ। ਸਾਰੇ ਬੰਦੇ ਹਰ ਵੇਲੇ ਗੁਰਦੁਆਰੇ ਨਹੀਂ ਜਾਂਦੇ ਹੈਗੇ। ਸਾਡੇ ਹਰ ਇੱਕ ਜਗ੍ਹਾ ਤੋਂ ਅਸੀਂ ਸਿੱਖਦੇ ਹਾਂ। ਜਿਹੜੀ ਗੁਰਬਾਣੀ ਨਾਲ ਰਿਲੇਟਡ ਚੀਜ਼ ਆ ਅਸੀਂ ਗੁਰਬਾਣੀ ਤੋਂ ਸਿੱਖਣੀ ਆ। ਔਰ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਜਿੱਥੇ ਸਾਨੂੰ ਮੀਨਿੰਗ ਨਹੀਂ ਸਮਝ ਆਏ, ਉਹ ਕਿਸੇ ਬੰਦੇ ਤੋਂ ਜਿਹਨੂੰ ਮੀਨਿੰਗ ਪਤਾ ਹੈ, ਅਸੀਂ ਉਹਨਾਂ ਤੋਂ ਪੁੱਛ ਕੇ ਸਿੱਖਦੇ ਹਾਂ। ਔਰ ਵਰਲਡਲੀ ਨੌਲੇਜ ਜਿਹੜਾ ਉਹ ਸਾਨੂੰ ਵਰਡ ਚੋਂ ਹੀ ਮਿਲਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੈਂ ਬਾਇਓਲੋਜੀ ਮੇਰੀ ਬੈਕਗਰਾਊਂਡ ਆ, ਇਸੇ ਕਰਕੇ ਮੈਂ ਉਹ ਤੋਂ ਦੱਸ ਰਿਹਾ ਤੁਹਾਨੂੰ ਬਈ ਏਜ ਇੰਨੀ ਸਾਇੰਟਿਸਟ ਮੰਨਦੇ ਹੈਗੇ ਆ। ਇਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੈਗੀ, ਜਿਹੜਾ ਸਾਇੰਸ ਨੇ ਰਿਸਰਚ ਕੀਤੀ ਆ ਉਹਦੇ ਤੇ ਬੇਸ। ਇਹ ਵਰਲਡਲੀ ਨੌਲੇਜ ਹੈ। ਮੈਂ ਵਰਲਡਲੀ ਨੌਲੇਜ ਦੀ ਗੱਲ ਕਰਦਾ। ਵਰਲਡਲੀ ਆਪਾਂ ਵਰਡ ਚੋਂ ਸਿੱਖਦੇ ਹਾਂ। ਜਿਹੜੀ ਸਪਿਰਿਚੁਅਲ ਨੌਲੇਜ ਹੈਗੀ ਆ ਉਹ ਗੁਰਬਾਣੀ ਤੋਂ ਸਿੱਖਦੇ ਹਾਂ। ਇਹ ਮੇਰਾ ਆਨਸਰ ਹੈ। ਵੀਰ ਜੀ, ਤੁਸੀਂ ਪਹਿਲਾਂ ਵੀ ਇਹੀ ਗੱਲ ਕੀਤੀ ਸੀ, ਤੁਸੀਂ ਬਿਲਕੁਲ ਕੰਟਰਾਡਿਕਟ ਨਹੀਂ ਕੀਤਾ। ਪਹਿਲਾਂ ਵੀ ਇਹੀ ਕੀਤੀ ਸੀ, ਮੈਨੂੰ ਪਹਿਲਾਂ ਵੀ ਇਹੀ ਸਮਝ ਆਈ ਸੀ। ਹੁਣ ਤੁਸੀਂ ਕੋਈ ਨਵੀਂ ਗੱਲ ਨਹੀਂ ਕੀਤੀ। ਪਹਿਲਾਂ ਵੀ ਇਹੀ ਕਿਹਾ ਸੀ ਕਿ ਅਸੀਂ ਬਾਹਰੋਂ ਹੀ ਸਿੱਖਦੇ ਹਾਂ। ਤਾਂ ਮੈਂ ਬਾਹਰਲਾ ਐਗਜ਼ਾਮਪਲ ਸ਼ੁਰੂ ਕੀਤਾ ਤਾਂ ਕਿ ਮੈਂ ਤੁਹਾਨੂੰ ਗੁਰਬਾਣੀ ਅੰਦਰ ਲਿਆ ਸਕਾਂ। ਕੈਨ ਯੂ ਅਲਾਉ ਮੀ? ਅੱਛਾ, ਤੁਸੀਂ ਹੁਣੇ ਇਸ ਗੱਲ ਨੂੰ ਬੜਾ ਕਲੀਅਰਲੀ ਰਿਐਲਿਟੀ ਨੂੰ ਡਿਸਕਸ ਕੀਤਾ ਹੈ ਕਿ 80 ਸਾਲ ਵਾਲਾ ਗਲਤੀ ਕਰੇ, ਉਹਦੀ ਮਾਂ ਜੇ 100 ਸਾਲ ਦੀ ਹੈ, ਉਹਨੂੰ ਬਾਂਝ ਕਰਨ ਦਾ ਫਾਇਦਾ ਹੀ ਨਹੀਂ ਹੈ। ਪਰ ਜਦੋਂ ਅਸੀਂ ਹੁਣ ਗੁਰਬਾਣੀ ਅੰਦਰ ਆਵਾਂਗੇ ਤਾਂ ਗੁਰਬਾਣੀ ਅੰਦਰ ਸ਼ਬਦ ਆਏਗਾ, ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਜਿਹੜਾ 80 ਸਾਲ ਵਾਲਾ ਹੈ, ਉਹਦੀ ਮਾਂ ਨੂੰ ਬਾਂਝ ਨਹੀਂ ਕਰ ਸਕਦੇ ਨਾ। ਉਹ ਤੇ ਆਲਰੇਡੀ ਵਿਚਾਰੀ ਬਾਂਝ ਹੈ। ਸ਼ੀ ਕੈਨ ਨਾਟ ਡਿਲੀਵਰ ਦਾ ਬੇਬੀ, ਸ਼ੀ ਕੈਨ ਨਾਟ ਕਨਸੀਵ ਦਾ ਬੇਬੀ। ਠੀਕ ਹੈ। ਇਹ ਬਾਹਰਲੇ ਵਾਲਾ ਐਗਜ਼ਾਮਪਲ ਲੈ ਕੇ ਅਸੀਂ ਸਿੱਖਣ ਵਾਸਤੇ ਗੁਰਬਾਣੀ ਅੰਦਰ ਆਏ। ਇਹ ਐਪਲੀਕੇਬਲ ਨਹੀਂ ਨਾ ਹੋ ਰਿਹਾ। ਇਹਦਾ ਮਤਲਬ ਤੁਹਾਡਾ ਮੇਰਾ ਕਿਸੇ ਵੀ ਕਾਮਨ ਮੈਨ ਦਾ ਮੱਥਾ ਠਣਕੇਗਾ ਕਿ ਇਹ ਮਾਤ ਕਿਹਨੂੰ ਕਹਿ ਰਹੇ ਨੇ, ਬਾਂਝ ਹੋਣਾ ਕਿਹਨੂੰ ਕਹਿ ਰਹੇ ਨੇ, ਹੈ ਨਾ? ਤਾਂ ਅਸੀਂ ਫਿਰ ਗੁਰਬਾਣੀ ਚੋਂ ਲੱਭਾਂਗੇ ਬਾਂਝ ਕਿਹਨੂੰ ਕਹਿੰਦੀ ਹੈ ਗੁਰਬਾਣੀ। ਜਿਵੇਂ ਪਹਿਲਾ ਐਗਜ਼ਾਮਪਲ ਮੈਂ ਅੰਨੇ ਦਾ ਲਿਆ, ਇੰਝ ਮਾਤ ਕਿਹਨੂੰ ਕਹਿੰਦੇ ਨੇ? ਮਦਰ ਨੂੰ ਕਹਿ ਰਹੇ ਨੇ ਜਾਂ ਮਾਤ ਮਤ ਨੂੰ ਕਹਿ ਰਹੇ ਨੇ? ਇਹ ਮੈਨੂੰ ਗੁਰਬਾਣੀ ਚੋਂ ਲੱਭਣਾ ਪਏਗਾ। ਇਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੋਏਗੀ। ਗੁਰਬਾਣੀ ਚੋਂ ਮਾਤ ਦੇ ਅਰਥ ਲੱਭਣੇ ਪੈਣਗੇ ਨਾ, ਬਾਂਝ ਦੇ ਲੱਭਣੇ ਪੈਣਗੇ ਨਾ। ਦੈਟ ਇਜ਼ ਦਾ ਓਨਲੀ ਟੈਕਨੀਕ ਆਈ ਐਮ ਸ਼ੇਅਰਿੰਗ ਵਿਦ ਯੂ। ਇਫ ਯੂ ਡਿਸਐਗਰੀ, ਪਲੀਜ਼ ਸਟੇ ਡਿਸਐਗਰੀਡ। ਤੁਸੀਂ ਕੁਐਸਚਨ ਪੁੱਛਿਆ, ਮੈਂ ਉਹਦਾ ਆਨਸਰ ਕਰ ਰਿਹਾ। ਹਾਊ ਟੂ ਰੀਚ ਟੂ ਦਾ ਰੀਅਲ ਮੀਨਿੰਗਸ, ਹਾਊ ਟੂ ਰੀਚ ਟੂ ਦਾ ਭਾਵ ਅਰਥ, ਹਾਊ ਟੂ ਰੀਚ ਟੂ ਦਾ ਐਪਲੀਕੇਬਲ ਅਰਥ। ਐਪਲੀਕੇਬਲ ਅਰਥ ਸਿੱਖਾਂਗੇ ਤਾਂ ਹੀ ਫਾਇਦਾ ਹੋਏਗਾ ਨਾ, ਵਰਨਾ ਮੈਂ ਉਹਨੂੰ ਜੇ ਆਪਣੇ ਜੀਵਨ ਵਿੱਚ ਅਪਲਾਈ ਹੀ ਨਾ ਕਰ ਸਕਾਂ,
ਹੈ ਨਾ। ਤਾਂ ਲੱਭਾਂਗੇ ਨਾ, ਇਸ ਤਰ੍ਹਾਂ ਅਸੀਂ ਲੱਭਦੇ ਹਾਂ, ਲੱਭ ਕੇ ਉਹ ਵਾਲੇ ਅਰਥ ਸਮਝਣ ਦਾ ਯਤਨ ਕਰਦੇ ਹਾਂ। ਉਹ ਮੇਰੀ ਇੰਟਰਪ੍ਰੀਟੇਸ਼ਨ ਨਹੀਂ ਹੁੰਦੀ, ਉਹ ਗੁਰਬਾਣੀ ਦੇ ਹੋਰ ਜਗ੍ਹਾ ਤੋਂ ਮੀਨਿੰਗਸ ਲੱਭ ਕੇ ਉਹ ਯੂਨੀਕ ਹੁੰਦੇ ਨੇ, ਉਹ ਕਿੱਥੇ ਵੀ ਕੰਟਰਾਡਿਕਟ ਨਹੀਂ ਕਰਦੇ ਨੇ। ਉਹ ਵਾਲੇ ਸਾਨੂੰ ਯੂਨੀਕ ਅਰਥ ਲੱਭਣੇ ਚਾਹੀਦੇ ਨੇ ਨਾ। ਦੈਟਸ ਦਾ ਵੇ ਵੀ ਟਰਾਈ। ਦੇਰ ਇਜ਼ ਮੈਕਸਿਮਮ ਪੋਸੀਬਿਲਿਟੀ ਕਿ ਅੱਜ ਤੱਕ ਜੇ ਮੰਨ ਲਿਆ ਇੱਕ ਅਰਥ ਸੁਣ ਕੇ ਮੈਨੂੰ ਮੇਰੀ ਲਾਈਫ ਸੁਧਾਰਨ ਵਾਸਤੇ ਉਡਾਰੀ 52% ਆਂਦੀ ਸੀ, ਪਰ ਜੇ ਇੱਕ ਨਵੇਂ ਅਰਥ ਮਿਲ ਰਹੇ ਨੇ ਜਿਹਦੇ ਨਾਲ ਮੇਰਾ ਹੋਰ ਸੁਧਾਰ ਹੋ ਸਕਦਾ ਹੈ, ਮੇਬੀ ਮੇਰੀ ਫਲਾਈਟ 57% ਜਾ ਸਕਦੀ ਹੈ, ਸ਼ੁੱਡ ਆਈ ਟੇਕ 57 ਜਾਂ ਸ਼ੁੱਡ ਆਈ ਸਟੇ ਐਟ 53? ਤਾਂ ਤੁਸੀਂ ਆਪਣੇ ਤਾਂ ਲੈ ਸਕਦੇ ਹੋ। ਨਹੀਂ, ਜੇ ਤੁਹਾਨੂੰ ਹੀ 57 ਵਾਲਾ ਪਸੰਦ ਆਵੇ, ਨਹੀਂ ਉਹ ਗੱਲ ਨਹੀਂ, ਜੇ ਤੁਸੀਂ ਪਸੰਦ ਆਵੇ ਮੈਂ ਨੈਚੁਰਲੀ ਲਵਾਂਗਾ, ਪਰ ਉਹ ਜ਼ਰੂਰੀ ਨਹੀਂ ਕਿ ਬਾਕੀ ਸਾਰਿਆਂ ਨੂੰ 57 75 ਤੇ ਲੈ ਜਾਵੇ। ਉਹ ਮੇਰਾ ਸੈਲਫਿਸ਼ ਇੰਟਰਪ੍ਰੀਟੇਸ਼ਨ ਹੋ ਸਕਦੀ ਜਿਹੜੀ ਕਿ ਮੈਨੂੰ ਮੇਰੇ ਮੋਰਲ ਨੂੰ ਬੂਸਟ ਕਰਦੀ ਹੈ। ਇੱਕ ਮਿੰਟ, ਤੁਸੀਂ ਹੱਥ 'ਚ ਘੜੀ ਬੰਨੀ ਹੋਈ ਹੈ, ਇਹਦੇ ਟਾਈਮ ਦੇਖ ਕੇ ਦੱਸੋ। 5:45 ਮਿੰਟ ਇਹਨਾਂ ਨੇ ਹੱਥ ਦੀ ਘੜੀ ਦੇਖ ਕੇ ਦੱਸਿਆ 5:48 ਮਿੰਟ ਹੋਏ। ਹਾਂਜੀ, ਪਰ ਜਿਹੜੇ 52% ਵਾਲੇ ਅਰਥ ਸਨ ਉਹਨਾਂ ਮੁਤਾਬਕ ਧੁੱਪ ਦੇ ਅੰਦਰ ਇੱਕ ਡੰਡੀ ਲਗਾਈ ਜਾਂਦੀ ਸੀ ਔਰ ਉਹਦੀ ਪਰਛਾਈ ਦੇਖ ਕੇ ਟਾਈਮ ਦੇਖਿਆ ਜਾਂਦਾ ਸੀ। ਟੂਡੇ ਯੂ ਫੈਲਟ ਇਟ ਬੈਟਰ, ਈਜ਼ੀ, ਫਾਸਟ ਕਿ ਘੜੀਆਂ ਦੇਖਿਓ ਟਾਈਮ ਦੱਸ ਲਿਆ। ਸਟਿਲ ਯੂ ਵਾਂਟ ਟੂ ਸਟੇ ਵਿਦ ਦੈਟ ਸਟਿਕ ਔਰ ਉਹ ਪਰਛਾਈ ਦੇਖ ਕੇ ਟਾਈਮ ਦੇਖਣਾ ਹੈ ਕਿ ਤੁਸੀਂ ਹੋਰ ਈਜ਼ੀ ਢੰਗ ਉਹਦਾ ਲੱਭਿਆ ਐਪਲੀਕੇਬਲ। ਹਾਊ ਟੂ ਫਾਈਂਡ ਦਾ ਟਾਈਮ ਈਜ਼ੀ। ਜੇ ਤੁਹਾਡੇ ਸਾਹਮਣੇ ਬੈਲ ਗੱਡੀ ਹੋਵੇ, ਬੁਲਕ ਕਾਰਟ ਖੜੀ ਹੋਵੇ ਔਰ ਤੁਹਾਨੂੰ ਕਾਰ ਮਿਲ ਰਹੀ ਹੋਵੇ, ਤੁਹਾਨੂੰ ਕਾਰ ਚਲਾਉਣੀ ਵੀ ਆਉਂਦੀ ਹੋਏ, ਤੁਸੀਂ ਸਟਿਲ ਬੁਲਕ ਕਾਰਟ ਨਾਲ ਜਾਓਗੇ ਕਿ ਕਾਰ ਲਵੋਗੇ? ਡਿਪੈਂਡ ਕਰਦਾ, ਬੰਦਾ ਬੁਲਟ ਵੱਲ ਜਾਣ ਦੀ ਲੋੜ ਵੀ ਨਹੀਂ। ਆਈ ਐਮ ਸੌਰੀ, ਮੇਰਾ ਐਗਜ਼ਾਮਪਲ ਗਲਤ ਹੋ, ਬਟ ਆਈ ਥਿੰਕ today you came here by the car. You did not use the bullock cart. Fair? मैं ਵੀਰ ਜੀ ਇਹ ਕਹਿਣ ਦਾ ਯਤਨ ਕਰ ਰਿਹਾ, ਮੇਰੀ ਬੇਨਤੀ ਸੁਣੋ, ਹੰਬਲੀ ਸੁਣੋ, ਕਾਈਂਡਲੀ। ਠੀਕ ਹੈ ਜੀ। ਜਿਹੜੇ ਅਰਥ ਤੇ ਤੁਸੀਂ 52% ਤੇ ਅਸੀਂ ਸਾਰੇ ਖੜੇ ਹਾਂ, ਜੇ ਸਾਨੂੰ ਉਸ ਤੋਂ ਉੱਪਰਲੀ ਉਡਾਰੀ ਮਿਲਦੀ ਹੈ ਤਾਂ ਲੈਣੇ ਚਾਹੀਦੇ ਹਨ ਕਿ ਨਹੀਂ? ਇਹ ਦੱਸੋ। ਜਿਵੇਂ ਘੜੀ ਤੁਸੀਂ ਲੈ ਲਈ, ਬੁਲਕ ਕਾਰਟ ਦੇ ਬਦਲੇ ਕਾਰ ਵਿੱਚ ਤੁਸੀਂ ਆ ਗਏ, ਗੋਹੇ ਬਾਲਣ ਵਾਲੇ ਦੇ ਬਦਲੇ ਤੁਸੀਂ ਗੈਸ ਦਾ ਚੁੱਲ੍ਹਾ ਵਰਤ ਲਿਆ, ਇਸ ਤਰ੍ਹਾਂ ਅਸੀਂ ਸਾਰਾ ਕੁਝ ਕਰੀ ਜਾ ਰਹੇ ਹਾਂ। ਜੇ ਮੈਨੂੰ ਸਪਿਰਿਚੁਅਲ ਹਾਈਟਸ ਇੱਕ ਹੋਰ ਅਰਥ ਨਾਲ ਮਿਲ ਸਕਦੀ ਹੈ, ਲੈਣੇ ਚਾਹੀਦੇ ਹਨ ਕਿ ਨਹੀਂ? ਮੈਨੂੰ ਇਜਾਜ਼ਤ ਦਿਓਗੇ ਥੋੜਾ ਜਿਹਾ ਹਾਂ ਜਾਂ ਨਾ ਚ ਨਾਮ ਮੇਰੇ ਤੋਂ ਪੁੱਛੋ, ਜੇ ਮੈਨੂੰ ਥੋੜਾ ਜਿਹਾ ਮੈਂ 2 ਲਾਈਨਾਂ ਦੇ। ਮੈਂ ਕਿਹੜਾ ਤੁਹਾਨੂੰ ਮੈਂ ਪੁੱਠਾ ਟੰਗ ਦਿਆਂਗਾ? ਨਹੀਂ ਪੁੱਠੇ ਨਹੀਂ, ਦੇਖੋ ਪੁੱਠੇ ਟੰਗਣ ਵਾਲੀ ਗੱਲ ਨਹੀਂ। ਤੁਸੀਂ ਵੈਸੇ ਸਾਡੇ ਮਹਿਮਾਨ ਆ, ਮਤਲਬ ਸਿਆਣੇ ਬੰਦੇ ਆ, ਤੁਸੀਂ ਕਰ ਸਕਦੇ ਜੋ, ਐਸੀ ਕੋਈ ਗੱਲ ਨਹੀਂ ਹੈਗੀ। ਤੇ ਨਾ ਹੀ ਵੈਸੇ ਮੈਂ ਸਮਝਦਾ ਇਸ ਤਰੀਕੇ ਨਾਲ ਵੀ ਨਹੀਂ, ਮੈਂ ਸਮਝਦਾ ਵੀ ਇੱਦਾਂ ਕੋਈ ਗੱਲ ਹੈਗੀ। ਜੇ ਵਿਚਾਰ ਹੋ ਰਹੀ ਹੈਗੀ ਆ ਤੇ ਵਿਚਾਰ ਦੇ ਵਿੱਚ ਨੈਚੁਰਲੀ ਕਈ ਵਾਰੀ ਹਾਂ ਜਾਂ ਨਾ 'ਚ ਜਵਾਬ ਬੰਦਾ ਐਕਚੁਅਲੀ ਉਹਦਾ ਨਾ ਪੂਰਾ ਜਵਾਬ ਨਹੀਂ, ਜਵਾਬ ਵਿੱਚ ਵਿਚਾਲੇ ਕੁਛ ਹੁੰਦਾ ਹੈਗਾ ਆ। ਮੈਂ ਤੁਹਾਨੂੰ ਐਕਚੁਅਲੀ ਮੇਰਾ ਸਵਾਲ ਵੀ ਇਹੀ ਸੀਗਾ ਜਦੋਂ ਤੁਸੀਂ ਕਿਹਾ ਨਾ ਬਈ 75% ਤੇ ਬਹੁਤੇ ਲੋਕੀ ਮੇਰੇ ਐਕਸਪੀਰੀਅੰਸ ਹਿਸਾਬ ਨਾਲ ਕੰਫਰਟ ਜ਼ੋਨ 'ਚ ਬੈਠੇ ਨੇ, ਜਿੱਥੇ ਕਿ ਗੁਰਬਾਣੀ ਦੇ ਅਰਥ ਉਹਨਾਂ ਨੂੰ ਸੂਟ ਲੱਗਦੇ ਨੇ, ਉਹਨਾਂ ਨੂੰ ਲਿਫਟ ਮਿਲਦੀ ਹੈਗੀ ਆ, ਉਹ ਉੱਥੇ ਬਣਾ ਕੇ ਦੂਜਿਆਂ ਦੇ ਵਿੱਚ ਪ੍ਰੀਚ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਮੇਰੇ ਹਿਸਾਬ ਨਾਲ ਇਹੀ ਸਭ ਤੋਂ ਰਿਸਕੀ ਜ਼ੋਨ ਹੈ। ਉਹ ਇਹੀ ਮੇਰਾ ਕੁਐਸਚਨ ਸੀਗਾ ਵੀ ਉਹ ਤੁਸੀਂ ਕਿੱਦਾਂ ਵਰਤੇ ਜਾ, ਜਿੱਦਾਂ ਹੁਣ ਤੁਹਾਡੇ ਤੇ ਪ੍ਰੋਫੈਸਰ ਸਾਹਿਬ ਦੇ 2 ਇੰਡੀਵਿਜੂਅਲ ਦੇ ਦੋਨੋਂ ਤੁਸੀਂ ਲਿਟਰਰੀ ਬੰਦੇ ਨੇ, ਆਪ ਮੀਨਿੰਗ ਦੇ ਵਿੱਚ ਫਰਕ ਹੈਗਾ ਆ। ਕੋਈ ਹੋਰ ਵਿਦਵਾਨ ਆਉਂਦਾ ਉਹ ਆਪਣੇ ਹਿਸਾਬ ਨਾਲ ਅਰਥ ਕੱਢ ਲੈਂਦਾ, ਤੇ ਕਾਮਨ ਮੈਨ ਆ ਜਿਹਦੇ ਕੋਈ ਰਿਸੋਰਸਿਸ ਨਹੀਂ ਹੈਗੇ, ਜਿਹਦਾ ਇੰਟੈਲੈਕਚੁਅਲ ਲੈਵਲ ਉੱਥੇ ਤੱਕ ਨਹੀਂ ਹੈਗਾ, ਉਹਨੂੰ ਡਿਸਾਈਡ ਕਰ ਸਕੇ ਵੀ ਆਹ ਠੀਕ ਆ ਜਾਂ ਆਹ ਗਲਤ ਆ, ਉਹ ਇੱਕ ਕਨਫਿਊਜ਼ ਸਟੇਟ ਵਿੱਚ ਆ ਜਾਂਦਾ। ਉਹ ਮੈਂ ਕਿਹਾ ਸੀ ਉਹ ਕਿਸ ਤਰ੍ਹਾਂ ਹੋ ਸਕਦਾ, ਮੇਰਾ ਕੁਐਸਚਨ ਇਹ ਸੀਗਾ। ਮੈਂ ਉਹੀ ਯਤਨ ਕੀਤਾ ਸੀ, ਤੁਸੀਂ ਕਿਉਂ ਮੈਂ ਸੋਚ ਕੇ ਦੱਸਾਂਗਾ। ਤੁਸੀਂ ਪੁੱਛਿਆ ਹਾਊ ਟੂ ਡੂ ਦੈਟ ਅਰਥ, ਆਈ ਟਰਾਈਡ ਬਟ ਯੂ ਸੈਡ ਇਹ ਤਾਂ ਮੈਂ ਉਹਨੇ ਹਾਂ ਨਾ ਨਹੀਂ ਕਰ ਸਕਦਾ। ਸੋ ਦੈਟ ਇਜ਼ ਅਪ ਟੂ ਯੂ ਵੈਦਰ ਯੂ ਐਕਸੈਪਟ ਇਟ ਔਰ ਨਾਟ। ਤੁਸੀਂ ਕੁਐਸਚਨ ਪੁੱਛਿਆ, ਮੈਂ ਆਨਸਰ ਕੀਤਾ। ਚਲੋ ਮੈਂ ਖਿਆਲ ਆਪਾਂ ਇਹਨੂੰ ਡਿਸਕਸ਼ਨ ਇੱਥੇ ਛੱਡਦੇ ਹਾਂ। ਥੈਂਕ ਯੂ। ਗਾਵਾਦੀ ਬਹੁਤ ਤੁਹਾਡਾ ਸਭ ਦਾ ਬਹੁਤ ਬਹੁਤ ਮਿਹਰਬਾਨੀ। ਥੈਂਕਸ ਅ ਲਾਟ। ਬਰਦਾਸ਼ਤ ਕੀਤਾ। ਥੈਂਕਸ ਫॉर